ਸਤਿ ਸ਼੍ਰੀ ਅਕਾਲ, ਨਿੱਘਾ ਜਿਹਾ ਸਵਾਗਤ ਤੇ ਜੀ ਆਇਆਂ ਨੂੰ। ਮੈਂ ਰਸ਼ਮੀ ਇੱਕ ਖਾਸ ਪ੍ਰੋਗਰਾਮ ਤੁਹਾਡੇ ਵਾਸਤੇ ਅੱਜ ਲੈ ਕੇ ਆਈ ਹਾਂ, ਸਿਹਤ ਦੇ ਉੱਤੇ, ਹੈਲਥ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਦੇ ਮਾਹੌਲ ਵਿੱਚ ਸਿਹਤ ਦਾ ਕੀ ਮਹੱਤਵ ਹੈ। ਸਿਹਤ ਕਹਿੰਦੇ ਨੇ ਸਿਹਤ ਹਜ਼ਾਰ ਨਿਆਮਤ, ਹੈਲਥ ਇਜ਼ ਵੈਲਥ। ਤੇ ਅੱਜ ਮੇਰੇ ਨਾਲ ਸਟੂਡੀਓ 'ਚ ਇੱਕ ਖਾਸ ਮਹਿਮਾਨ ਇਸ ਟੌਪਿਕ ਦੇ ਉੱਤੇ ਗੱਲ ਕਰਨ ਵਾਸਤੇ ਹਨ। ਉਹਨਾਂ ਦਾ ਨਾਂ ਹੈ ਪ੍ਰੀਤ ਰਾਣਾ। ਉਹ ਮਿਲੇਨੀਅਮ ਹੈਲਥ ਸਰਵਿਸਿਜ਼ ਵਿੱਚ ਕੰਮ ਕਰਦੇ ਨੇ ਤੇ ਅੱਜ ਸਾਡੇ ਨਾਲ ਡਿਸਕਸ਼ਨ ਕਰਨਗੇ ਕਿ ਹੈਲਥ ਦੇ ਵਾਸਤੇ ਅਸਾਂ ਕੀ ਕਰਨਾ ਚਾਹੀਦਾ ਤੇ ਅਸੀਂ ਆਪਣਾ ਧਿਆਨ ਕਿੰਝ ਰੱਖ ਸਕਨੇ ਆ। ਤੇ ਮੈਂ ਤੁਹਾਨੂੰ ਇੰਟਰੋਡਿਊਸ ਕਰਾਨੀ ਆ ਪ੍ਰੀਤ ਰਾਣਾ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪ੍ਰੀਤ ਰਾਣਾ ਜੀ ਜੀ। ਤੇ ਮੈਂ ਉੱਥੇ ਓਨਟਾਰੀਓ ਦੇ ਵਿੱਚ ਰਜਿਸਟਰਡ ਮਸਾਜ ਥੈਰੇਪਿਸਟ ਹਾਂ। ਅੱਛਾ ਜੀ। ਤੇ ਜਿਹੜਾ ਮੇਰਾ ਬੈਕਗ੍ਰਾਉਂਡ ਹੈ ਉਹ ਫਿਜ਼ੀਓਥੈਰੇਪੀ ਦਾ ਵੀ ਬੈਕਗ੍ਰਾਉਂਡ ਰਹਿ ਚੁੱਕਿਆ ਹੈ। ਪਹਿਲਾਂ ਤਾਂ ਸਾਰਿਆਂ ਕੋਲੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਵੈਲਕਮ ਹੈ ਸਾਡੇ ਸਟੂਡੀਓ 'ਚ ਤੇ ਬੜੀ ਖੁਸ਼ੀ ਹੈ ਕਿ ਅੱਜ ਇੰਨਾ ਇੰਪੋਰਟੈਂਟ ਟੌਪਿਕ ਅਸੀਂ ਡਿਸਕਸ ਕਰਨ ਲੱਗੇ ਹਾਂ ਕਿ ਜਿਹਦਾ ਬੜਾ ਹੀ ਮਹੱਤਵ ਹੈ ਜੀ। ਹੈਲਥ ਤੇ ਕਹਿੰਦੇ ਨੇ ਬਹੁਤ ਇੰਪੋਰਟੈਂਟ ਹੈ, ਉਹਨੂੰ ਨਿਗਲੈਕਟ ਨਹੀਂ ਕਰਨਾ ਚਾਹੀਦਾ। ਸਪੈਸ਼ਲੀ ਇਸ ਪੈਂਡੇਮਿਕ ਦੇ ਪੀਰੀਅਡ ਵਿੱਚ ਸਾਰੇ ਜੇ ਅਸੀਂ ਘਰ ਬੈਠੇ ਹੋਏ ਆ ਰਾਈਟ, ਤੇ ਖਾਣ ਪੀਣ ਦਾ ਤੇ ਵੀ ਧਿਆਨ ਰੱਖਣਾ ਚਾਹੀਦਾ, ਨਾਲ ਆਪਣੇ ਸਰੀਰ ਦਾ ਵੀ ਬੜਾ ਹੀ ਧਿਆਨ ਰੱਖਣਾ ਚਾਹੀਦਾ। ਤੇ ਪ੍ਰੀਤ ਜੀ, ਮੈਂ ਸਾਰਿਆਂ ਕੋਲੋਂ ਪਹਿਲਾਂ ਤੇ ਇਹੀ ਕਹਾਂਗੀ ਕਿ ਤੁਸੀਂ ਪਹਿਲੇ ਆਪਣੇ ਬਾਰੇ 'ਚ ਦੱਸੋ। ਤੁਹਾਡਾ ਨਾਂ ਤੁਸੀਂ ਦੱਸਿਆ ਪ੍ਰੀਤ ਰਾਣਾ, ਤੇ ਤੁਹਾਡਾ ਪ੍ਰੋਫੈਸ਼ਨ ਕੀ ਹੈ? ਜੀ ਮੈਂ ਇੱਥੇ ਓਨਟਾਰੀਓ ਦੇ ਵਿੱਚ ਬਤੌਰ ਰਜਿਸਟਰਡ ਮਸਾਜ ਥੈਰੇਪਿਸਟ ਹਾਂ ਜੀ, ਤੇ ਮਿਲੇਨੀਅਮ ਹੈਲਥ ਸਰਵਿਸਿਜ਼ ਦੇ ਵਿੱਚ ਐਜ਼ ਐਨ RMT ਕੰਮ ਕਰ ਰਿਹਾ ਹਾਂ। ਅੱਛਾ ਜੀ। ਤੇ ਜਿਹੜਾ ਬੈਕਗ੍ਰਾਉਂਡ ਹੈ ਮੇਰਾ ਉਹ ਫਿਜ਼ੀਓਥੈਰੇਪੀ ਦਾ ਬੈਕਗ੍ਰਾਉਂਡ ਹੈ। ਅੱਛਾ ਜੀ। ਸੋ ਮੈਂ ਇੰਡੀਆ ਦੇ ਵਿੱਚ 2009 ਤੋਂ ਲੈ ਕੇ 2014 ਤੱਕ ਐਜ਼ ਅ ਫਿਜ਼ੀਓਥੈਰੇਪਿਸਟ ਪ੍ਰੈਕਟਿਸ ਕੀਤੀ ਹੈ। ਜੀ ਜੀ। ਤੇ ਕਾਫੀ ਇੰਟਰਨੈਸ਼ਨਲ ਐਥਲੀਟਸ ਨਾਲ ਵੀ ਕੰਮ ਕਰ ਚੁੱਕਿਆ। ਬਹੁਤ ਅੱਛੀ ਬਾਤ ਹੈ ਜੀ। ਸੋ ਉਸ ਦੇ ਵਿੱਚ ਮੇਨ ਜਿਹੜੀਆਂ ਗੇਮਸ ਮੈਂ ਜਿਹਦੇ ਵਿੱਚ ਇਨਵੋਲਵ ਰਿਹਾ ਉਹ ਕ੍ਰਿਕਟ, ਫੀਲਡ ਹਾਕੀ, ਓਲੰਪਿਕ ਸਟਾਈਲ ਰੈਸਲਿੰਗ ਅਤੇ ਡਿਸਕਸ ਥਰੋ। ਅੱਛਾ ਜੀ। ਜੀ 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 ਜੀ, ਵੈਰੀ ਨਾਈਸ। ਤੇ ਤੁਹਾਡੇ ਕੋਲ ਤਾਂ ਬੜਾ ਹੀ ਵਾਸਟ ਐਕਸਪੀਰੀਅੰਸ ਹੈ। ਜੀ ਜੀ। ਤੇ ਖਾਸ ਤੌਰ ਤੇ ਤੁਸੀਂ ਇੱਥੇ ਆ ਕੇ ਬੈਕ ਹੋਮ ਤੋਂ ਤੁਸੀਂ ਇੱਕ ਕੋਰਸ ਕੀਤਾ ਮਸਾਜ ਥੈਰੇਪਿਸਟ। ਜੀ ਜੀ। ਸੋ ਯੂ ਆਰ ਅ ਰਜਿਸਟਰਡ ਮਸਾਜ ਥੈਰੇਪਿਸਟ ਇਨ ਓਨਟਾਰੀਓ। ਜੀ ਬਿਲਕੁਲ। ਇਹ ਕਿੰਝ ਕਰਨਾ ਹੁੰਦਾ ਹੈ, ਥੋੜਾ ਜਿਹਾ ਇਹਦੇ ਉੱਤੇ ਵੀ ਝਾਤ ਪਾਓ ਜੀ। ਹਾਂਜੀ। ਸੋ ਇਹ ਜਿਹੜਾ ਕੋਰਸ ਹੈ ਬੇਸਿਕਲੀ ਇਹ 18 ਮਹੀਨਿਆਂ ਦਾ ਕੋਰਸ ਹੁੰਦਾ ਹੈ। ਅੱਛਾ ਜੀ। ਸੋ ਜਿਹੜੇ ਮੈਡੀਕਲ ਬੈਕਗ੍ਰਾਉਂਡ ਦੇ ਨੇ ਉਹਨਾਂ ਦੇ ਕੰਪੈਰੇਟਿਵਲੀ ਈਜ਼ੀਅਰ ਹੁੰਦਾ ਕਰਨਾ। ਅੱਛਾ ਜੀ। ਇਹਦਾ ਮਤਲਬ ਇਹ ਵੀ ਨਹੀਂ ਵੀ ਜਿਨ੍ਹਾਂ ਨੇ ਮੈਡੀਕਲ ਨਹੀਂ ਕੀਤੀ ਉਹ ਨਹੀਂ ਕਰ ਸਕਦੇ। ਉਹਨਾਂ ਲਈ ਸਲਾਈਟਲੀ ਡਿਫਿਕਲਟੀ ਆਉਂਦੀ ਹੈ ਕਿਉਂਕਿ ਬੜੀਆਂ ਟਰਮਸ ਯਾਦ ਕਰਨੀਆਂ ਥੋੜੀਆਂ ਡਿਫਿਕਲਟ ਹੁੰਦੀਆਂ। ਮਸਲਸ ਦੇ ਬਾਰੇ ਯਾਦ ਕਰਨਾ ਥੋੜਾ ਜਿਹਾ ਟਫ ਹੈ। ਅੱਛਾ ਜੀ। ਬਟ ਇਵੈਂਚੁਅਲੀ ਤੁਸੀਂ ਕਰ ਸਕਦੇ ਹੋ। ਬਟ ਇਹ ਰੈਗੂਲੇਟਡ ਇੱਕ ਪ੍ਰੋਫੈਸ਼ਨ ਹੈ। ਜੀ ਜੀ ਬਿਲਕੁਲ। ਜਿਨ੍ਹਾਂ ਦੇ ਕੋਲ ਇੱਥੋਂ ਦਾ ਸਰਟੀਫਿਕੇਟ ਹੈ ਉਹ ਹੀ ਕਰ ਸਕਦੇ ਨੇ। ਹਾਂਜੀ। ਇਹ ਐਕਚੁਅਲੀ ਇਹਨੂੰ CMTO ਰਨ ਕਰਦੀ ਹੈ, ਜਿਹੜੀ ਬੋਡੀ ਹੈ, ਜਿਹੜੀ ਆਥੋਰਾਈਜ਼ੇਸ਼ਨ ਬੋਡੀ ਹੈ ਜੀ। ਸੋ ਇਹ ਤੁਸੀਂ ਜਦੋਂ ਕੰਪਲੀਟ ਕਰ ਲੈਂਦੇ ਹੋ ਕੋਰਸ, ਉਸ ਤੋਂ ਬਾਅਦ ਤੁਸੀਂ ਰਜਿਸਟਰਡ ਹੁੰਦੇ ਹੋ ਬੇਸਿਕਲੀ ਉਸ ਦੇ ਵਿੱਚ। ਜੀ। ਤੇ ਹੁਣ ਥੋੜਾ ਜਿਹਾ ਤੁਹਾਡਾ ਵਰਕ ਪਲੇਸ 'ਚ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਵੀ ਸਪਾਂਸਰ ਕੀਤਾ ਹੈ ਮਿਲੇਨੀਅਮ ਹੈਲਥ ਸਰਵਿਸਿਜ਼, ਉਹਨਾਂ ਦੀ ਸਰਵਿਸਿਜ਼ ਦੇ ਬਾਰੇ 'ਚ ਤੁਸੀਂ ਸਾਨੂੰ ਦੱਸੋ। ਸ਼ੋਰ। ਸੋ ਮਿਲੇਨੀਅਮ ਹੈਲਥ ਸਰਵਿਸਿਜ਼ ਜਿਹੜਾ ਹੈ ਬਰੈਂਪਟਨ ਦੇ ਵਿੱਚ ਪਲੋਨੀਆ ਐਵੀਨਿਊ ਤੇ ਹੈ। ਅੱਛਾ ਜੀ। ਸਟੀਲਸ ਤੇ ਪਲੋਨੀਆ ਤੇ। ਸੋ ਜੇ ਤੁਸੀਂ ਜੇਮਸ ਪੋਟਰ ਕ੍ਰਾਸ ਕਰਦੇ ਹੋ, ਚਰਚ ਦੇ ਬਿਲਕੁਲ ਨਾਲ ਹੀ ਹੈ, ਕਾਫੀ ਵੱਡਾ ਪਲਾਜ਼ਾ ਹੈ। ਬਹੁਤ ਕਨਵੀਨੀਐਂਟ ਲੋਕੇਸ਼ਨ ਹੋ ਗਈ ਜੀ। ਬਹੁਤ ਕਨਵੀਨੀਐਂਟ। ਸਾਰੀ ਜੇ ਆਪਣਾ ਜੇ ਬਰੈਂਪਟਨ ਦਾ ਕਰਾਊਡ ਹੈ ਉਹਨਾਂ ਵਾਸਤੇ ਬਹੁਤ ਹੀ ਆਸਾਨ ਹੈ ਉੱਥੇ ਪਹੁੰਚਣਾ। ਬਿਲਕੁਲ ਬਿਲਕੁਲ ਬਿਲਕੁਲ। ਸਟੀਲ ਤੇ ਪਲੋਨੀਆ ਦੇ ਕਾਰਨਰ ਤੇ ਚਰਚ ਦੇ ਨਾਲ ਜੇ। ਐਗਜ਼ੈਕਟਲੀ। ਬਹੁਤ ਅੱਛੀ ਗੱਲ ਹੈ ਜੀ। ਲੋਕੇਸ਼ਨ ਤਾਂ ਬੜੀ ਚੰਗੀ ਉਹਨਾਂ ਨੇ ਚੂਜ਼ ਕੀਤੀ ਹੋਈ ਤੁਸੀਂ। ਜੀ। ਔਰ ਅੰਦਰੋਂ ਇਹਨਾਂ ਦੀ ਐਂਬੀਐਂਸ ਵੀ ਬਹੁਤ ਸੋਹਣੀ ਹੈ, ਤੁਸੀਂ ਕੋਈ ਆ ਕੇ ਜ਼ਰੂਰ ਦੇਖੋ। ਅੱਛਾ ਜੀ। ਤੁਹਾਨੂੰ ਟੌਪ ਨੌਚ ਫੈਸਿਲਿਟੀਜ਼ ਮਿਲਣਗੀਆਂ ਔਰ ਐਂਬੀਐਂਸ ਬਹੁਤ ਸੋਹਣਾ ਅੰਦਰੋਂ ਵੀ। ਐ ਤਾਂ ਜੀ ਮੈਂ ਪਰਸਨਲ ਲੈਵਲ ਤੇ ਵੀ ਕਹਿ ਸਕਨੀ ਆ ਬਿਕੋਜ਼ ਮਿਲੇਨੀਅਮ ਹੈਲਥ ਸਰਵਿਸ ਦੀ ਮੈਂ ਵੀ ਸਰਵਿਸਿਜ਼ ਲਿੱਤੀਆਂ ਹੋਏ ਨੇ ਤੇ ਉੱਥੋਂ ਹੀ ਮੈਨੂੰ ਰਾਣਾ ਜੀ ਦਾ ਵੀ ਪਤਾ ਲੱਗਿਆ ਤੇ ਉੱਥੇ ਮੈਂ ਪਰਸਨਲੀ ਵੀ ਕਹਿ ਸਕਨੀ ਆ ਕਿ ਜੀ ਉਹਨਾਂ ਦੀ ਸਰਵਿਸ ਟੌਪ ਕਲਾਸ ਹੈ। ਬਹੁਤ ਅੱਛੀ ਸਰਵਿਸ, ਬੈਸਟ ਫੈਸਿਲਿਟੀ ਤੇ ਬੈਸਟ ਇਕਵਿਪਮੈਂਟ ਉਹਨਾਂ ਦੇ ਕੋਲ ਅਵੇਲੇਬਲ ਨੇ ਜੀ। ਉਹਨਾਂ ਦੀ ਜੋ ਓਨਰ ਹੈ ਕਹਿੰਦੇ ਉਹ ਵੀ ਬੜਾ ਹੀ ਫਰੈਂਡਲੀ ਤੇ ਬੜਾ ਹੀ ਕਸਟਮਰ ਸਰਵਿਸ ਵੀ ਬਹੁਤ ਅੱਛੀ ਲੱਗੀ ਸੀ ਮੈਨੂੰ ਤਾਂ। ਜੀ ਜੀ। ਤੇ ਪ੍ਰੀਤ ਜੀ, ਮੈਂ ਇੱਕ ਪੁੱਛਣਾ ਚਾਹੁੰਦੀ ਸੀ ਕਿ ਹਾਂ ਤੁਸੀਂ ਐਕਸਪੀਰੀਅੰਸ ਦੱਸਦੇ ਪਏ ਸੀ ਤੇ ਇੱਥੇ ਕਿੰਨੇ ਸਾਲ ਹੋ ਗਏ ਤੁਹਾਨੂੰ ਕੈਨੇਡਾ 'ਚ? ਮੈਨੂੰ ਆਲਮੋਸਟ 6 ਸਾਲ ਤੋਂ ਉੱਪਰ ਹੀ ਹੋ ਗਿਆ ਜੀ ਟਾਈਮ। ਆਲਮੋਸਟ 7 ਸਾਲ ਹੋ ਚੱਲੇ ਨੇ। 7 ਸਾਲ ਹੋ ਜਾਣਗੇ। ਅੱਛਾ ਜੀ। ਤੇ ਤੁਸੀਂ ਇਹੀ ਕਰਦੇ ਪਿਓ, ਇਹੀ ਤੁਹਾਡੀ ਫੀਲਡ ਹੈ? ਜੀ ਬਿਲਕੁਲ। ਮੈਂ ਐਜ਼ ਏ PTA ਵੀ ਕੰਮ ਕਰ ਚੁੱਕਿਆ ਤੇ 올ਡ ਏਜ ਹੋਮਸ ਦੇ ਵਿੱਚ ਵੀ ਕੰਮ ਕਰ ਚੁੱਕਿਆ। ਅੱਛਾ ਜੀ। ਸੋ ਇਸ ਫੀਲਡ ਦੇ ਵਿੱਚ ਕਾਫੀ ਪੁਰਾਣਾ ਨਾਤਾ ਕਹਿ ਲਓ ਮੇਰਾ ਜੀ। ਬਹੁਤ ਅੱਛੀ ਗੱਲ ਹੈ ਜੀ। ਇਹ ਦੱਸੋ ਕਿ ਕੀ ਇਹਦਾ ਮਹੱਤਵ ਕੀ ਹੈ, ਕਿਉਂ ਅਸੀਂ
ਸਾਡੀ ਕਮਿਊਨਿਟੀ 'ਚ ਖਾਸ ਤੌਰ ਤੇ ਥੋੜਾ ਜਿਹਾ ਹੁੰਦਾ, ਥੋੜਾ ਅਸੀਂ ਨਹੀਂ ਜੀ ਚਲੋ ਠੀਕ ਹੈ, ਥੋੜਾ ਜਿਹਾ ਹੀ ਤੇ ਦੁਖਦਾ ਪਿਆ, ਕੋਈ ਨਹੀਂ ਬਾਅਦ ਵਿੱਚ ਚਲੇ ਜਾਵਾਂਗੇ। ਤੁਸੀਂ ਉਹਦੇ ਤੇ ਥੋੜੀ ਜਿਹੀ ਪ੍ਰਕਾਸ਼ ਪਾਓ ਕਿ ਕਿਉਂ ਅਸੀਂ ਸਪੈਸ਼ਲਿਸਟ ਕੋਲ ਜਾਣਾ ਚਾਹੀਦਾ। ਜੀ ਦੈਟ ਇਜ਼ ਅ ਗੁੱਡ ਕੁਐਸਚਨ। ਹੁੰਦਾ ਕੀ ਹੈ ਜੀ, ਸਾਊਥ ਏਸ਼ੀਅਨ ਕਮਿਊਨਿਟੀ ਸਾਡੇ ਵਿੱਚ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਥੋੜੀ ਬਹੁਤ ਪੇਨ ਸਟਾਰਟ ਹੋ ਜਾਂਦੀ ਹੈ ਨਾ, ਜਦੋਂ ਅਸੀਂ ਇਹ ਸੋਚਦੇ ਹਾਂ ਕਿ ਚਲੋ ਹਫ਼ਤਾ ਤੱਕ ਵੇਟ ਕਰਕੇ ਦੇਖ ਲੈਂਦੇ ਹਾਂ, ਸ਼ਾਇਦ ਆਪ ਹੀ ਹਟ ਜੂਗੀ। ਜੀ ਬਟ ਕਈ ਵਾਰੀ ਉਹ ਇਸ਼ੂ ਜਿਹੜਾ ਅੰਡਰਲਾਈਨ ਹੁੰਦਾ ਥੋੜਾ ਜ਼ਿਆਦਾ ਵੱਡਾ ਹੁੰਦਾ। ਸੋ ਉਹਦੇ ਲਈ ਜ਼ਰੂਰੀ ਨਹੀਂ ਹੈ ਕਿ ਵੇਟ ਹੀ ਕਰਨਾ। ਤੁਸੀਂ ਆਪਣੇ ਜਿਹੜਾ RMT ਕੋਲ, ਰਜਿਸਟਰਡ ਮਸਾਜ ਥੈਰੇਪਿਸਟ ਕੋਲ, ਜਾਂ ਤੁਸੀਂ ਫਿਜ਼ੀਓਥੈਰੇਪਿਸਟ ਕੋਲ ਜਾ ਕੇ ਇੱਕ ਵਾਰੀ ਤੁਸੀਂ ਕਲੀਨਿਕਲ ਇੰਪ੍ਰੈਸ਼ਨ ਲੈ ਸਕਦੇ ਹੋ ਕਿ ਉਹ ਵੈਦਰ ਉਹ ਪੇਨ ਤੁਹਾਡੀ ਮਸਕੂਲਰ ਪੇਨ ਹੈ ਜਾਂ ਕੁਝ ਹੋਰ ਵੀ ਹੋ ਸਕਦਾ। ਬਿਲਕੁਲ। ਸੋ ਤੁਹਾਨੂੰ ਕੁਆਂਟੀਫਾਈ ਕਰਕੇ, ਅਸੈਸਮੈਂਟ ਕਰਕੇ ਉਹ ਤੁਹਾਨੂੰ ਦੱਸ ਸਕਦੇ ਨੇ ਈਜ਼ੀਲੀ। ਔਰ ਇਹ ਜ਼ਰੂਰੀ ਨਹੀਂ ਕਿ ਤੁਸੀਂ ਵੇਟ ਹੀ ਕਰਨਾ ਹੈ, ਪੇਨ ਨੂੰ ਵਧਣ ਦੇਣਾ। ਸੋ ਤੁਸੀਂ ਉਹਨੂੰ ਪਹਿਲਾਂ ਹੀ ਜੇ ਕਾਬੂ ਕਰ ਲਓ ਆਪਣੀ ਪੇਨ ਨੂੰ, ਤਾਂ ਉਹ ਸਭ ਤੋਂ ਬੈਟਰ ਆਪਸ਼ਨ ਹੈ। ਬਹੁਤ ਅੱਛੀ ਗੱਲ ਗਈ। ਇਹ ਸਾਡੀ ਟੈਂਡੈਂਸੀ ਹੈ, ਸਾਡੀ ਕਮਿਊਨਿਟੀ ਖਾਸ ਤੇ ਅਸੀਂ ਡੈਂਟਿਸਟ ਕੋਲ ਵੀ ਜਾਣਾ ਤਾਂ ਅਸੀਂ ਸੋਚਦੇ ਰਹਿੰਦੇ ਹਾਂ। ਬਿਲਕੁਲ। ਫਿਰ ਬਹੁਤ ਵਧਾਨ ਵੱਧ ਜਾਂਦਾ ਤਾਂ ਫਿਰ ਅਸੀਂ ਜਾਂਦੇ ਹੁੰਦੇ ਹਾਂ। ਅੱਛਾ, ਤਾਂ ਮਸਾਜ ਸਪੈਸ਼ਲੀ ਜੇ ਹੈ ਸਾਡੇ ਜੇ ਬਜ਼ੁਰਗ ਕਮਿਊਨਿਟੀ ਹੈ, ਉਹਨਾਂ ਵਾਸਤੇ ਵੀ ਬੜਾ ਫਾਇਦੇਮੰਦ ਹੈ ਜੀ। ਸੋ ਇਹ ਐਕਚੁਅਲੀ ਕੁਐਸਚਨ ਬੜਾ ਮੈਨੂੰ ਪੇਰੈਂਟਸ ਵੀ ਕਈ ਪੁੱਛਦੇ ਆ ਕਿ ਬਜ਼ੁਰਗ ਤਾਂ ਚਲੋ ਪੁੱਛਦੇ ਆ ਵੀ ਸਾਡੇ ਬੱਚੇ ਮਸਾਜ ਲੈ ਸਕਦੇ ਆ ਕਿ ਨਹੀਂ ਲੈ ਸਕਦੇ। ਅੱਛਾ ਜੀ। ਹੁਣ ਇਹਦਾ ਆਨਸਰ ਮੈਂ ਕਹੂੰਗਾ ਯੈਸ, ਲੈ ਸਕਦੇ ਆ। ਅਸੀਂ ਜਿਹੜੇ ਇਨਫੈਂਟਸ ਆ, ਜਿਹੜੇ 0 ਤੋਂ 1 ਈਅਰ ਦਾ, ਉਹਨਾਂ ਨੂੰ ਨਹੀਂ ਜ਼ਿਆਦਾ ਟ੍ਰੀਟ ਕਰਦੇ ਕਿਉਂਕਿ ਉਹਨਾਂ ਲਈ ਸਪੈਸ਼ਲ ਸਰਟੀਫਿਕੇਸ਼ਨ ਦੀ ਲੋੜ ਪੈਂਦੀ ਹੈ। ਅੱਛਾ ਜੀ। ਸੋ 5 ਸਾਲ ਔਨਵਰਡਸ ਤੁਸੀਂ ਲੈ ਸਕਦੇ ਹੋ, ਚਾਹੇ ਉਹ ਬਜ਼ੁਰਗ ਹੈ, ਚਾਹੇ ਉਹ ਬੱਚੇ ਹੈ 5 ਸਾਲ ਤੋਂ ਉੱਪਰ, ਚਾਹੇ ਉਹ ਐਡਲਟਸ ਨੇ। ਤੁਸੀਂ ਇਹ ਮਸਾਜ ਬਿਲਕੁਲ ਲੈ ਸਕਦੇ ਹੋ 100% ਯੈਸ। ਬਿਲਕੁਲ ਜੀ। ਤੇ ਇੱਕ ਵਾਰੀ ਅਸੀਂ ਮਿਲੇਨੀਅਮ ਹੈਲਥ ਸਰਵਿਸ ਦਾ ਨੰਬਰ ਵੀ ਦੱਸ ਦਈਏ, ਜੇ ਤੁਹਾਡੇ ਸਕਰੀਨ ਤੇ ਵੀ ਆਂਦਾ ਪਿਆ। ਇਟਸ 9054551770। ਇਹ ਹੈ ਮਿਲੇਨੀਅਮ ਹੈਲਥ ਸਰਵਿਸਿਜ਼ ਦਾ ਨੰਬਰ, ਤੇ ਤੁਹਾਨੂੰ ਉੱਥੇ ਪ੍ਰੀਤ ਰਾਣਾ ਜੀ ਮਿਲਣਗੇ ਜੀ। ਤੇ ਸਾਰਾ ਕੁਝ ਬੜਾ ਹੀ ਰੈਗੂਲੇਟਡ, ਸਰਟੀਫਾਈਡ ਜਿੰਨੇ ਵੀ ਉਹਨਾਂ ਦੇ ਥੈਰੇਪਿਸਟ ਨੇ ਉਹ ਹੈਗੇ ਜੀ, ਰਾਈਟ। ਤੇ ਉਹਨਾਂ ਦੀ ਸਰਵਿਸ ਤੁਸੀਂ ਕਿ ਬਹੁਤ ਹੀ, ਕਸਟਮਰ ਸਰਵਿਸ ਵੀ ਬਹੁਤ ਅੱਛੀ ਹੈ ਜੀ। ਅੱਛਾ, ਇਹਨਾਂ ਸਰਵਿਸਿਜ਼ ਦੇ ਵਿੱਚ ਸਾਡੇ ਕੋਲ ਜਿਹੜੀ ਇਸ ਵੇਲੇ ਫਿਜ਼ੀਓਥੈਰੇਪੀ ਜੀ, ਕਾਇਰੋਪ੍ਰੈਕਟਰ ਸਰਵਿਸ, ਤੇ ਮੈਂ ਖੁਦ ਐਜ਼ ਅ ਮਸਾਜ ਥੈਰੇਪਿਸਟ ਉੱਥੇ ਕੰਮ ਕਰ ਰਿਹਾ ਹਾਂ। ਸੋ ਫਿਜ਼ੀਓ ਦੇ ਵਿੱਚ ਵੀ ਸਾਡੇ ਕੋਲ ਕਾਫੀ ਜ਼ਿਆਦਾ ਐਡਵਾਂਸ ਮਸ਼ੀਨਸ ਆ। ਅੱਛਾ ਜੀ। ਸੋ ਇਹ ਉਹ ਮਸ਼ੀਨਸ ਨਹੀਂ ਆ ਜਿਹੜੀ ਆਮ ਤੁਸੀਂ ਅਮੂਮਨ ਹਰ ਕਲੀਨਿਕ 'ਚ ਦੇਖੋਗੇ, ਰਾਈਟ। ਸਾਡੇ ਕੋਲ ਜਿਹੜੀਆਂ ਮਸ਼ੀਨਸ ਆ, ਜਿੱਦਾਂ ਫॉर ਐਗਜ਼ਾਮਪਲ ਅਲਟਰਾਸਾਊਂਡ ਜਿਹੜੀ ਹੈ, ਰਿਚਮਾਰ ਦੀ ਅਲਟਰਾਸਾਊਂਡ ਅਸੀਂ ਯੂਜ਼ ਕਰਦੇ ਹਾਂ ਜੀ, ਜਿਹੜੀ ਕਿ ਟੌਪ ਨੌਚ ਕੁਆਲਿਟੀ ਦੀ ਅਲਟਰਾਸਾਊਂਡ ਹੈ ਇੱਥੇ, ਰਾਈਟ। ਸੋ ਉਹਦੇ ਵਿੱਚ ਅਸੀਂ ਮਸਲ ਸਟਿਮੂਲੇਟਰ ਵੀ ਜਿਹੜਾ ਹੈ ਸਵਿਸ ਡਾਲਰ ਕਾਸਟ ਦਾ ਯੂਜ਼ ਕਰ ਰਹੇ ਹਾਂ। ਅੱਛਾ ਜੀ। ਜਿਹਦੇ ਰਿਜ਼ਲਟ ਐਕਚੁਅਲੀ ਬਹੁਤ ਕੁਇਕ ਨੇ। ਅੱਛਾ ਜੀ। ਤੇ ਸੈਕਿੰਡ ਮੈਂ ਜ਼ਰੂਰ ਦੱਸੂਗਾ ਕਿ ਫਿਜ਼ੀਓ ਦੇ ਵਿੱਚ ਵੀ ਕੰਕਸ਼ਨ ਥੈਰੇਪੀ, ਜਿੱਦਾਂ ਫॉर ਐਗਜ਼ਾਮਪਲ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈ ਜਾਂ ਫਾਲ ਹੋ ਜਾਂਦਾ ਹੈ ਜੀ, ਸੋ ਕੰਕਸ਼ਨ ਇੰਜਰੀਜ਼ ਦੇ ਵੀ ਸਪੈਸ਼ਲ ਐਕਸਰਸਾਈਜ਼ਸ ਦਾ ਪ੍ਰੋਗਰਾਮ ਹੈ ਸਾਡੇ ਕੋਲ। ਅੱਛਾ ਜੀ। ਤੇ ਐਕਟਿਵ ਰੀਹੈਬ, ਜਿਸ ਤਰ੍ਹਾਂ ਸਾਡੇ ਫੈਸਿਲਿਟੀ ਦੇ ਵਿੱਚ ਹੀ ਜਿਮ ਹੈ। ਅੱਛਾ ਜੀ। ਸੋ ਐਕਟਿਵ ਰੀਹੈਬ ਲਈ ਅਸੀਂ ਜਿਹੜਾ ਪੇਸ਼ੈਂਟਸ ਨੂੰ ਰეკਮੈਂਡ ਕਰਦੇ ਹਾਂ ਆਪਣੇ ਜਿਮ ਵਾਸਤੇ। ਜੀ। ਉਹ ਲੋਕੇਸ਼ਨ ਹੈ ਹੀ ਉੱਤੇ ਥੱਲੇ ਹੀ ਨੇ। ਹਾਂਜੀ, ਉੱਪਰ ਜਿਹੜਾ ਹੈ ਜਿਮ ਹੈ, ਸੋ ਥੱਲੇ ਫਿਜ਼ੀਓਥੈਰੇਪੀ ਦਾ ਕਲੀਨਿਕ ਹੈ ਪੂਰਾ, ਫਿਜ਼ੀਓਥੈਰੇਪੀ, ਮਸਾਜ ਐਂਡ ਕਾਇਰੋਪ੍ਰੈਕਟਰ। ਜੀ। ਐਂਡ ਫੈਸਿਲਿਟੀ ਵਾਈਜ਼ ਜੇ ਲੋਕੇਸ਼ਨ ਦੀ ਐਂਬੀਐਂਸ ਤੁਸੀਂ ਐਂਟਰ ਹੁੰਦੇ ਹੀ ਹੋ ਤਾਂ ਤੁਹਾਨੂੰ ਇੱਕ ਵਾਓ ਫੈਕਟਰ ਤਾਂ ਹੈ ਜੀ। ਡੈਫੀਨਿਟਲੀ ਇੱਕ ਪਰਸਨਲੀ ਮੈਂ ਕਹਿ ਹੀ ਸਕਦੀ ਹਾਂ, ਮੈਂ ਜੇ ਤੁਹਾਨੂੰ ਦੱਸਿਆ ਕਿ ਰਾਣਾ ਜੀ ਦੇ ਪਾਸ ਵੀ ਮੈਂ ਸਰਵਿਸਿਜ਼ ਲਿੱਤੀਆਂ ਨੇ, ਤੇ ਮਿਲੇ ਉੱਥੇ ਫਿਊਜ਼ਨ ਜੇ ਹੈ ਉਹ ਵੀ, ਉੱਥੇ ਵੀ ਸਰਵਿਸਿਜ਼, ਬਿਕੋਜ਼ ਆਈ ਐਮ ਅ ਪਾਰਟ ਆਫ ਦੈਟ ਜਿਮ। ਤੇ ਡੈਫੀਨਿਟਲੀ ਇਹਨਾਂ ਦੀ ਜੇ ਕੁਆਲਿਟੀ ਆਫ ਸਪੇਸ ਦੇ ਅੰਦਰ ਦੀ ਕੁਆਲਿਟੀ ਹੈ, ਉਹ ਤੁਸੀਂ ਇੱਕ ਵਾਰੀ ਅੰਦਰ ਆਓਗੇ ਤਾਂ ਤੁਹਾਨੂੰ ਪਤਾ ਲੱਗ ਹੀ ਜਾਂਦਾ ਕਿ ਵਾਓ ਫੈਕਟਰ ਹੈ। ਇਵਨ ਮੈਂ ਜਦੋਂ ਫਸਟ ਟਾਈਮ ਜਿਮ ਜੁਆਇਨ, ਜਿਹੜਾ ਆਪਣਾ ਕਲੀਨਿਕ ਜੁਆਇਨ ਕੀਤਾ ਸੀਗਾ ਜੀ ਬਤੌਰ RMT, ਤੇ ਮੈਂ ਬੜਾ ਸਰਪ੍ਰਾਈਜ਼ ਹੋਇਆ ਸੀਗਾ ਅੰਦਰੋਂ ਐਂਬੀਐਂਸ ਦੇਖ ਕੇ। ਸੋ ਉਸ ਜਗ੍ਹਾ ਤੇ ਕੰਮ ਕਰਨ ਦਾ ਇੱਕ ਆਪਣਾ ਹੀ ਐਕਸਪੀਰੀਅੰਸ, ਆਪਣੇ ਆਪ 'ਚ ਐਕਸਪੀਰੀਅੰਸ ਹੈ ਇੱਕ ਜੀ। ਤੇ ਦੂਜੀ ਗੱਲ ਇੱਕ ਕਨਵੀਨੀਅੰਟ ਇਹ ਵੀ ਹੈ ਕਿ ਓਨਰ ਉਹਨਾਂ ਦੇ ਜੇ ਨੇ ਉਹ ਵਾਈਟ ਪੀਪਲ ਨੇ ਜੀ, ਤੇ ਸਾਰਾ ਸਟਾਫ ਉਹਨਾਂ ਨੇ ਆਪਣੀ ਕਨਵੀਨੀਅੰਟ ਵਾਸਤੇ ਇਸ ਲੋਕੇਸ਼ਨ, ਬਰੈਂਪਟਨ ਲੋਕੇਸ਼ਨ ਵਾਸਤੇ ਸਾਰੇ ਆਪਣੇ ਬੰਦੇ ਨੇ, ਤੇ ਤੁਹਾਨੂੰ ਲੈਂਗੁਏਜ ਦਾ ਵੀ ਪ੍ਰੋਬਲਮ ਨਹੀਂ ਆਣਾ। ਬਿਲਕੁਲ ਜੀ, ਬਿਲਕੁਲ। ਵੈਨ ਯੂ ਆਰ ਦੇਅਰ, ਤੇ ਤੁਸੀਂ ਆਪਣੇ ਪੈਰੈਂਟਸ ਨੂੰ ਲੈ ਕੇ ਜਾਂਦੇ ਹੋ, ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਹੋ, ਤੁਸੀਂ ਆਪਣੀ ਲੈਂਗੁਏਜ 'ਚ ਗੱਲ ਕਰ ਸਕਦੇ ਹੋ, ਰਾਈਟ। ਤੇ ਦੂਜੀ ਗੱਲ ਮੈਂ ਪੁੱਛਣੀ ਸੀ ਕਿ ਜੀ ਇਹ ਜੇ ਮਿਲੇਨੀਅਮ ਹੈਲਥ ਸਰਵਿਸਿਜ਼ ਹੈ ਜੀ, ਇਹ ਇੰਸ਼ੋਰੈਂਸ ਦੇ ਨਾਲ ਕਿੰਜ ਕੰਮ ਕਰਦੀ ਹੈ? ਓਕੇ, ਸੋ ਮਿਲੇਨੀਅਮ ਹੈਲਥ ਸਰਵਿਸਿਜ਼ ਜ਼ਿਆਦਾਤਰ ਤਾਂ ਡਾਇਰੈਕਟਲੀ ਇੰਸ਼ੋਰੈਂਸਿਸ ਨਾਲ ਡੀਲ ਕਰਦਾ ਹੀ ਆ। ਅੱਛਾ ਜੀ। ਇਹਦਾ ਮਤਲਬ ਸਿੰਪਲੀ ਇਹ ਹੈ ਵੀ ਅਸੀਂ ਜ਼ਿਆਦਾਤਰ ਡਾਇਰੈਕਟ ਬਿਲਿੰਗ ਕਰਦੇ ਹਾਂ। ਅੱਛਾ ਜੀ। ਬਾਕੀ ਕੁਝ ਇਸ ਤਰ੍ਹਾਂ ਹੁੰਦਾ, ਕੁਝ ਇੰਸ਼ੋਰੈਂਸ ਕੰਪਨੀਜ਼ ਦੀ ਪਾਲਿਸੀ ਉਸ ਟਾਈਪ ਦੀ ਹੁੰਦੀ ਹੈ ਜੀ ਕਿ ਤੁਹਾਨੂੰ ਪਹਿਲਾਂ ਜਿਹੜਾ ਹੈ
ਆਪਣਾ ਇਨਵੋਇਸ ਤੁਸੀਂ ਜਿਹੜਾ ਪੇਮੈਂਟ ਜਿਹੜੀ ਅਪਫਰੰਟ ਕਰਨੀ ਜੀ ਪੈਂਦੀ ਹੈ ਜੀ ਜੀ ਪਰ ਬਾਅਦ ਦੇ ਵਿੱਚ ਇੰਸ਼ੋਰੈਂਸ ਕੰਪਨੀ ਤੁਹਾਨੂੰ ਪੇ ਕਰ ਦਿੰਦੀ ਹੈ। ਸੋ ਇਹ ਡਿਪੈਂਡ ਕਰਦਾ ਇੰਸ਼ੋਰੈਂਸ ਪਾਲਿਸੀਜ਼ ਦੇ ਉੱਪਰ ਵੀ, ਜੀ। ਬਟ ਅਦਰਵਾਈਜ਼ ਅਸੀਂ ਸਾਰੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਡਾਇਰੈਕਟ ਹੀ ਡੀਲ ਕਰਦੇ ਹਾਂ, ਬਿਲਿੰਗ ਡਾਇਰੈਕਟ ਹੁੰਦੀ ਹੈ। ਇਹ ਵੀ ਕਨਵੀਨੀਅੰਟ ਹੋ ਗਿਆ ਜੀ ਜਿਹਦੇ ਕੋਲ ਵੀ ਅੱਛਾ ਦਸੰਬਰ ਦਾ ਮਹੀਨਾ ਵੀ ਚੱਲਦਾ ਪਿਆ, ਜ਼ਿਆਦਾਤਰ ਇੰਸ਼ੋਰੈਂਸ ਪੂਰੀਆਂ ਵੀ ਹੋਣ ਲੱਗੀਆਂ ਨੇ ਜੀ। ਤੇ ਤੁਸੀਂ ਇੱਕ ਵਾਰੀ ਜਾ ਕੇ ਪਰਸਨਲ ਐਕਸਪੀਰੀਅੰਸ ਕਰੋ ਕਿ ਸਰਵਿਸ ਕਿਹੋ ਹੈ ਤੇ ਤੁਸੀਂ ਤੁਹਾਡੇ ਇੰਸ਼ੋਰੈਂਸ ਵੀ ਯੂਜ਼ ਕਰੋ। ਇੱਕ ਸਾਡੇ ਕਮਿਊਨਿਟੀ 'ਚ ਕੀ ਵੀ ਹੁੰਦਾ ਹੈ ਇੰਸ਼ੋਰੈਂਸ ਪਈ ਰਹਿੰਦੀ, ਸਾਨੂੰ ਪਤਾ ਵੀ ਨਹੀਂ ਹੁੰਦਾ, ਅਸੀਂ ਯੂਜ਼ ਹੀ ਨਹੀਂ ਕਰਦੇ। ਜੀ ਤੇ ਮੇਰਾ ਤੇ ਰਾਣਾ ਜੀ ਦਾ ਵੀ ਹੈ ਕਹਿਣਾ ਹੈ ਸਾਰਿਆਂ ਨੂੰ ਰਿਕੁਐਸਟ ਹੈ ਕਿ ਤੁਸੀਂ ਤੁਹਾਡਾ ਇੰਸ਼ੋਰੈਂਸ ਯੂਜ਼ ਕਰੋ। ਬਿਲਕੁਲ। ਔਰ ਦੂਸਰਾ ਇਹ ਵੀ ਹੈ ਵੀ ਕਈ ਲੋਕ ਇਹ ਕਹਿ ਦਿੰਦੇ ਆ ਕਿ ਮੈਨੂੰ ਤਾਂ ਕੁਝ ਹੋਇਆ ਨਹੀਂ ਸੋ ਮੈਂ ਕਿਉਂ ਜਾਵਾਂ ਸਰਵਿਸਿਜ਼ ਲੈਣ। ਜੀ ਮੇਰਾ ਉਹਨਾਂ ਨੂੰ ਇਹੀ ਆਨਸਰ ਹੈ ਕਿ ਮਸਾਜ ਇੱਕ ਇੱਦਾਂ ਦਾ ਪ੍ਰੋਫੈਸ਼ਨ ਹੈ ਜਿਹਦੇ ਵਿੱਚ ਜ਼ਰੂਰੀ ਨਹੀਂ ਕਿ ਤੁਹਾਨੂੰ ਕੁਝ ਹੋਇਆ ਤਾਂ ਤੁਸੀਂ ਉਹਨੂੰ ਟ੍ਰੀਟਮੈਂਟ ਆਪਣੀ ਲੈਣ ਵਾਸਤੇ ਜਾਓਗੇ, ਤੁਸੀਂ ਰਿਲੈਕਸੇਸ਼ਨ ਮਸਾਜ ਲਈ ਵੀ ਜਾ ਸਕਦੇ ਹੋ, ਉਹ ਵੀ ਸਾਡੇ ਕੋਲ ਇੱਕ ਫੈਸਿਲਿਟੀ ਅਵੇਲੇਬਲ ਹੈ। ਬਿਲਕੁਲ ਬਿਲਕੁਲ ਜੀ। ਤੇ ਇਹੀ ਗੱਲ ਹੈ ਕਿ ਜੀ ਆਪਣੀ ਇੰਸ਼ੋਰੈਂਸ ਦਾ ਫਾਇਦਾ ਉਠਾਓ ਜੀ, ਵਰਲਡ ਕਲਾਸ ਟੌਪ ਨੌਚ ਫੈਸਿਲਿਟੀ ਦਾ ਯੂਜ਼ ਕਰੋ ਤੇ ਤੁਹਾਨੂੰ ਆਪਣੀ ਪਾਕਟ ਚੋਂ ਕੁਝ ਪੇ ਵੀ ਨਹੀਂ ਕਰਨਾ, ਡਾਇਰੈਕਟ ਬਿਲਿੰਗ ਹੋ ਜਾਏਗੀ, ਨਹੀਂ ਹੋਏਗਾ ਤਾਂ ਇਨਵੋਇਸ ਮਿਲਦਾ ਹੈ, ਤੁਸੀਂ ਉਹਨੂੰ ਕਲੇਮ ਕਰ ਸਕਦੇ ਹੋ ਜੀ। ਅੱਛਾ ਇੱਕ ਚੀਜ਼ ਹੋਰ ਵੀ ਬੜੀ ਕਾਮਨ ਹੈ ਕਿ ਤੁਹਾਡਾ ਵੱਡਾ ਨਿੱਕਾ ਜਿਹਾ ਥੋੜਾ ਜਿਹਾ ਕੋਈ ਐਕਸੀਡੈਂਟ ਹੋ ਗਿਆ ਜੀ ਤੇ ਫਿਰ ਅਸੀਂ ਬਹਿ ਜਾਂਦੇ ਹਾਂ ਕਿ ਜੀ ਕੋਈ ਨਹੀਂ ਥੋੜੀ ਜਿਹੀ ਲੱਗੀ ਹੈ ਸੱਟ, ਕੋਈ ਕੁਝ ਦੁਖਦਾ ਨਹੀਂ ਪਿਆ, ਠੀਕ ਹੋ ਜਾਏਗਾ, ਆਪੇ ਠੀਕ ਹੋ ਜਾਏਗਾ। ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਕਰਨਾ ਚਾਹੀਦਾ ਸਾਨੂੰ ਜਦੋਂ ਵੀ ਮੋਟਰ ਵਹੀਕਲ ਐਕਸੀਡੈਂਟ ਹੁੰਦਾ ਨਾ ਜੀ? ਸਭ ਤੋਂ ਪਹਿਲਾਂ ਤਾਂ ਇਹ ਇੱਕ ਬੜਾ ਕਈ ਵਾਰੀ ਸਾਨੂੰ ਇਹ ਲੱਗਦਾ ਵੀ ਕੁਝ ਨਹੀਂ ਹੋਇਆ ਜੀ ਵੀ ਅਸੀਂ ਪਰਫੈਕਟਲੀ ਫਾਈਨ ਆ, ਪਰ ਹੁੰਦਾ ਕੀ ਆ ਯੂਜੂਅਲੀ 10 ਤੋਂ 15 ਦਿਨ ਦੇ ਵਿੱਚ ਤੁਹਾਡੀ ਪੇਨ ਸਟਾਰਟ ਹੋ ਜਾਂਦੀ ਹੈ ਜੀ ਤੇ ਜ਼ਿਆਦਾਤਰ ਲੋਕਾਂ ਦੀ ਨੈਕ ਇਨਵੋਲਵ ਹੁੰਦੀ ਹੈ, ਵਿਪਲੈਸ਼, ਕਿਉਂਕਿ ਬੜੀ ਕਾਮਨ ਇੰਜਰੀ ਹੈ ਮੋਟਰ ਵਹੀਕਲ ਐਕਸੀਡੈਂਟ ਦੇ ਵਿੱਚ। ਸੋ ਉਹਨਾਂ ਨੂੰ ਪਤਾ ਉਦੋਂ ਲੱਗਦਾ ਹੈ ਜਦੋਂ ਪੇਨ ਸਟਾਰਟ ਹੋ ਜਾਂਦੀ ਹੈ, ਰਾਈਟ, ਕਿਉਂਕਿ ਇਹ ਡਿਲੇਡ ਔਨਸੈਟ ਮਸਲ ਸਪਾਜ਼ਮ ਜਾਂ ਸੋਰਨੈਸ ਹੁੰਦੀ ਹੈ, ਇਹਦਾ ਪਤਾ ਇਮੀਡੀਏਟਲੀ ਕਦੀ ਨਹੀਂ ਲੱਗਦਾ ਨਹੀਂ। ਸੋ ਉਸ ਤੋਂ ਬਾਅਦ ਤੁਸੀਂ, ਮੇਰਾ ਤਾਂ ਇਹੀ ਰਿਕੁਐਸਟ ਹੈ ਕਿ ਜਿਨ੍ਹਾਂ ਦਾ ਮੋਟਰ ਵਹੀਕਲ ਐਕਸੀਡੈਂਟ ਹੋ ਜਾਂਦਾ ਸੋ ਬੀ ਕੇਅਰਫੁਲ, ਥੋੜਾ ਜਿਹਾ ਧਿਆਨ ਰੱਖੋ ਆਪਣਾ। ਜਿੱਦਾਂ ਹੀ ਪੇਨ ਸਟਾਰਟ ਹੁੰਦੀ ਹੈ ਆਪਣੇ ਮਸਾਜ ਥੈਰੇਪਿਸਟ ਨੂੰ, ਆਪਣੇ ਫਿਜ਼ੀਓਥੈਰੇਪਿਸਟ ਨੂੰ ਜਾ ਕੇ ਜ਼ਰੂਰ ਦੇਖੋ ਜੀ। ਅੱਛਾ ਘਰ 'ਚ ਵੀ ਸਲਿੱਪ ਹੋ ਜਾਂਦੇ ਹੋ, ਸਨੋ ਬਾਰ ਪਈ ਹੋ, ਕਿਸ ਤਰ੍ਹਾਂ ਤੁਸੀਂ ਸਲਿੱਪ ਹੋ ਗਏ ਜੀ, ਫਿਰ ਵੀ ਘਰ ਜਾ ਕੇ ਖਾਲੀ ਇੱਕ ਪੇਨ ਕਿਲਰ ਖਾ ਕੇ ਨਾ ਬਹਿ ਜਾਓ, ਤੁਸੀਂ ਜਾ ਕੇ ਜੇ ਸਪੈਸ਼ਲਿਸਟ ਨੇ ਉਹਨਾਂ ਨੂੰ ਜਰਾ ਪੁੱਛੋ, ਰਾਈਟ ਜੀ। ਬਿਲਕੁਲ ਕਿਉਂਕਿ ਸਪੈਸ਼ਲੀ ਸਾਡੇ 6 ਮੰਥਸ ਤਾਂ ਸਨੋ ਹੀ ਹੁੰਦੀ ਆਪਣੇ ਕੰਟਰੀ 'ਚ, ਬਿਲਕੁਲ ਜੀ, ਹਾਂਜੀ। ਤੇ ਇਹ ਵੀ ਬੜਾ ਇੱਕ ਕਾਮਨ ਫੈਕਟਰ ਹੈ ਕਿ ਸਲਿੱਪ ਹੋ ਗਿਆ ਜੀ ਵਰਕ ਪਲੇਸ ਤੇ ਹੋ ਗਏ ਹੋ ਤੁਸੀਂ, ਕਿ ਤੁਸੀਂ ਰੋਡ ਤੇ ਚੱਲਦੇ ਪਏ ਹੋ, ਫਿਰ ਤੁਸੀਂ ਤੁਹਾਡੇ ਡੌਗ ਨੂੰ ਕਿ ਪੈਟ ਨੂੰ ਵਾਕ ਕਰਾਉਣ ਜਾਂਦੇ ਪਏ ਹੋ, ਤੁਸੀਂ ਸਲਿੱਪ ਹੋ ਗਏ, ਤੇ ਤਾਂ ਵੀ ਅਸੀਂ ਇਹੀ ਸੁਜੈਸਟ ਕਰਨੇ ਆ ਕਿ ਤੁਸੀਂ ਸਪੈਸ਼ਲਿਸਟ ਨੂੰ ਜ਼ਰੂਰ ਜਾ ਕੇ ਮਿਲੋ, ਉਹਨਾਂ ਦੀ ਸਲਾਹ ਲਓ ਤੇ ਉਸ ਤੁਹਾਡਾ ਪ੍ਰੋਬਲਮ ਅੱਗੇ ਵਧੇਗਾ ਨਹੀਂ, ਰਾਈਟ। ਤੇ ਬਹੁਤ ਹੀ ਅੱਛੀ ਗੱਲ ਰਾਣਾ ਜੀ ਤੁਸੀਂ ਦੱਸੀ ਕਿ ਅਸੀਂ ਬਹਿਣਾ ਨਹੀਂ, ਇੰਸ਼ੋਰੈਂਸ ਨੂੰ ਯੂਜ਼ ਕਰਨਾ। ਬਿਲਕੁਲ ਜੀ, ਕੋਈ ਵੀ ਐਕਸੀਡੈਂਟ ਹੋਤਾ ਹੈ ਜਾ ਕੇ ਤੁਸੀਂ ਮਿਲੋ, ਮਿਲੇਨੀਅਮ ਹੈਲਥ ਸਰਵਿਸਿਜ਼ ਜਾ ਕੇ ਮਿਲੋ ਪ੍ਰੀਤ ਰਾਣਾ ਜੀ ਨੂੰ, ਤੇ ਉਹ ਤੁਹਾਨੂੰ ਅੱਛੀ ਸਲਾਹ ਦੇਣਗੇ ਤੇ ਉਹ ਤੁਹਾਡੀ ਹੈਲਪ ਕਰਨਗੇ। ਅੱਛਾ ਜੀ, ਕੁਝ ਹੈਲਥ ਟਿਪਸ ਹੋਰ ਕੁਝ ਦੇਣਾ ਚਾਹੋ, ਕਿਉਂਕਿ ਵਰਕ ਫਰੋਮ ਹੋਮ ਹੈ ਆਲਮੋਸਟ 2 ਇਅਰਸ ਤੋਂ ਸਾਰੇ। ਬਿਲਕੁਲ ਜੀ, ਹੁਣ ਐਕਚੁਅਲੀ ਹੋ ਕੀ ਰਿਹਾ ਪਿਛਲੇ 2 ਸਾਲਾਂ ਤੋਂ ਜੀ ਆਲਮੋਸਟ ਜਿਹੜੇ 9 to 5 ਜੌਬ ਕਰਦੇ ਸੀ ਜੀ, ਉਹਨਾਂ ਨੂੰ ਐਕਚੁਅਲੀ ਥੋੜਾ ਐਕਸਟੈਂਡਡ ਕੰਮ ਕਰਨਾ ਪੈ ਰਿਹਾ ਜੀ। ਸਾਰੇ ਲੋਕ ਜਿਹੜੇ ਵੀ ਮੈਨੂੰ ਮਿਲਦੇ ਆ ਵੀ ਕਹ ਲਓ 10 ਤੋਂ 12 ਘੰਟੇ ਤਾਂ ਸਿਟਿੰਗ ਉਹਨਾਂ ਦੀ ਆਰਾਮ ਨਾਲ ਜੀ। ਸੋ ਹੈਲਥ ਟਿਪ ਮੈਂ ਇਹੀ ਦਊਂਗਾ ਕਿ ਇੱਕ ਤਾਂ ਇੱਕ ਸਪੈਸੀਫਿਕ ਜਗ੍ਹਾ ਦੇ ਉੱਤੇ ਬਹੁਤੀ ਦੇਰ ਨਾ ਬੈਠੋ ਜੀ, ਕਿਉਂਕਿ ਉਹਦੇ ਨਾਲ ਜ਼ਿਆਦਾਤਰ ਕੀ ਹੋ ਰਿਹਾ ਹੈ, ਅਪਰ ਬੈਕ ਤੇ ਨੈਕ ਦੀਆਂ ਪੇਨਸ ਬਹੁਤ ਆ ਰਹੀਆਂ ਤੇ ਲੋਅਰ ਬੈਕ ਦੀਆਂ ਵੀ। ਸੋ ਮੇਰੀ ਰეკਮੈਂਡੇਸ਼ਨ ਇਹ ਹੋਊਗੀ ਕਿ ਤੁਸੀਂ ਸਟ੍ਰੈਚਸ ਕਰਿਆ ਕਰੋ ਐਵਰੀ ਡੇ, ਤੇ 1 ਘੰਟੇ ਤੋਂ ਬਾਅਦ ਵੱਧ ਇੱਕ ਚੇਅਰ ਤੇ ਬੈਠੋ ਨਾ, ਥੋੜਾ ਮੂਵ ਕਰਦੇ ਰਹੋ। ਹਾਂਜੀ। ਸੋ ਦੂਸਰਾ ਇਹ ਟਿਪ ਹੈ ਕਿ ਜਦੋਂ ਤੁਸੀਂ ਸਟ੍ਰੈਚ ਕੋਈ ਵੀ ਕਰਦੇ ਹੋ ਜੀ, ਉਹ ਸਟ੍ਰੈਚ ਨੂੰ ਹੋਲਡ ਕਰਿਆ ਕਰੋ ਜੀ, ਘੱਟੋ ਘੱਟ 10 ਸੈਕਿੰਡ ਜੀ। ਆਪਣੀ ਕਈ ਵਾਰੀ ਕੀ ਹੁੰਦਾ ਕਿ ਇੱਕ ਸਟ੍ਰੈਚ ਕਰ ਲਿਆ, ਬਸ 2 ਕਰ ਲਿਆ, ਦੈਟਸ ਇਟ ਡਨ, ਨਹੀਂ, ਉਹ ਸਟ੍ਰੈਚ ਨੂੰ ਹੋਲਡ ਕਰੋ ਘੱਟ ਤੋਂ ਘੱਟ 10 ਸੈਕਿੰਡ ਐਂਡ ਤੁਹਾਨੂੰ ਡਿਫਰੈਂਸ ਜ਼ਰੂਰ ਫੀਲ ਹੋਏਗਾ ਫॉर श्योर। तो बस यही कहांगे, हेल्थ इज वेल्थ, सेहत हज़ार नियामत है, पैसे तो डॉलर तो ਅਸੀਂ ਕਮਾਣ ਆਏ ਹਾਂ ਇਸ ਕੰਟਰੀ 'ਚ, ਬਟ ਹੈਲਥ ਦਾ ਧਿਆਨ ਰੱਖਣਾ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਸਾਡੀ ਇਨਕਮ ਤੇ ਧਿਆਨ ਦੇਣਾ ਜ਼ਰੂਰੀ ਹੈ। ਪੈਸੇ ਉਸੇ ਤਾਂ ਹੀ ਤੁਸੀਂ ਇੰਜੋਏ ਕਰ ਸਕਦੇ ਹੋ ਜਦ ਤੁਹਾਡੀ ਹੈਲਥ ਚੰਗੀ ਹੋਏਗੀ। ਤੇ ਰਾਈਟ ਰਾਣਾ ਜੀ, ਹੈਲਥ ਇਜ਼ ਵੈਲਥ, ਇਹੀ ਸਾਡਾ ਮੋਟੋ ਹੈ ਤੇ ਇਹੀ ਅਸੀਂ ਇਸ ਪ੍ਰੋਗਰਾਮ ਦਾ ਖਾਸ ਮਕਸਦ ਹੀ ਇਹੀ ਹੈ
ਕਿ ਅਸੀਂ ਤੁਹਾਨੂੰ ਪ੍ਰਮੋਟ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਹੈਲਥ ਦਾ ਬਹੁਤ ਧਿਆਨ ਰੱਖੋ, ਤੁਹਾਡੀ ਫੈਮਿਲੀ ਦਾ ਧਿਆਨ ਰੱਖੋ, ਬਜ਼ੁਰਗਾਂ ਦਾ ਧਿਆਨ ਰੱਖੋ। ਤੇ ਸਾਰਿਆਂ ਵਾਸਤੇ ਇਹ ਸਰਵਿਸਿਜ਼ ਨੇ, ਸਾਰੇ ਇੱਥੇ ਕੈਨੇਡਾ 'ਚ ਸਾਰਿਆਂ ਵਾਸਤੇ ਹੈਲਥ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ। ਤੁਹਾਡੇ ਨਜ਼ਦੀਕ ਜੋ ਵੀ ਹੈਲਥ ਸੈਂਟਰ ਹੋਏ ਕਿ ਜੇ ਵੀ ਹੈ ਫੈਸਿਲਿਟੀ, ਉੱਥੇ ਜਾਓ। ਤੇ ਖਾਸ ਤੌਰ ਤੇ ਅਸੀਂ ਰਿਕੁਐਸਟ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰੋ ਮਿਲੇਨੀਅਮ ਹੈਲਥ ਸਰਵਿਸਿਜ਼, ਤੁਸੀਂ ਫਰਕ ਆਪੇ ਦੇਖੋਗੇ ਜੀ। ਹਾਂਜੀ, ਇੱਕ ਵਾਰੀ ਫਿਰ ਤੁਸੀਂ ਆਪਣੇ ਮਿਲੇਨੀਅਮ ਦਾ ਨੰਬਰ ਦੇਣਾ ਚਾਹੋਗੇ ਰਾਣਾ ਜੀ? ਸੋ ਮਿਲੇਨੀਅਮ ਹੈਲਥ ਸਰਵਿਸਿਜ਼ ਦਾ ਜਿਹੜਾ ਨੰਬਰ ਹੈ ਉਹ ਹੈਗਾ ਜੀ 905-455-1770। ਓਕੇ ਜੀ, ਇਟਸ 905 455-1770 ਜੀ। ਓਕੇ ਜੀ, ਤੇ ਉੱਥੇ ਜਾ ਕੇ ਤੁਸੀਂ ਮਿਸਟਰ ਪ੍ਰੀਤ ਰਾਣਾ ਜੀ ਨੂੰ ਕੰਟੈਕਟ ਕਰੋ ਤੇ ਆਪਣੀ ਹੈਲਥ ਦਾ ਧਿਆਨ ਰੱਖੋ। ਅੱਜ ਵਾਸਤੇ ਇੰਨਾ ਹੀ। ਸਾਰਿਆਂ ਨੂੰ ਸਾਡੀ ਨਿੱਘੀ ਜੀ ਸਤਿ ਸ੍ਰੀ ਅਕਾਲ।